हेलो स्टूडेंट्स, वेलकम बैक टू आवर चैनल। ਅਸੀਂ ਲਾਸਟ ਵੀਡੀਓ ਦੇ ਵਿੱਚ ਅਕਾਊਂਟੈਂਸੀ ਦੀਆਂ ਬੇਸਿਕ ਟਰਮ ਬਾਰੇ ਸਟੱਡੀ ਕੀਤੀ ਸੀ। ਸੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ +1 ਦਾ ਅਕਾਊਂਟੈਂਸੀ ਦਾ ਫਸਟ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ। ਹਾਂਜੀ, ਮੀਨਿੰਗ ਕਲੀਅਰ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਸ ਚੀਜ਼ ਦੀ ਸਟੱਡੀ ਕਰ ਰਹੇ ਹਾਂ ਸਾਨੂੰ ਉਸ ਦੀ ਜ਼ਰੂਰਤ ਕਿਉਂ ਹੈ ਜਾਂ ਇਹ ਅਕਾਊਂਟੈਂਸੀ ਕਿਉਂ ਕੀਤੀ ਜਾਂਦੀ ਹੈ। ਉਸ ਨੂੰ ਕਲੀਅਰ ਕਰਨ ਦੇ ਲਈ ਅਸੀਂ ਇੱਕ ਐਗਜ਼ਾਮਪਲ ਤੋਂ ਸਟਾਰਟ ਕਰਾਂਗੇ। ਸਪੋਜ਼ ਕਰੋ ਇੱਕ ਪਰਸਨ ਹੈ XYZ ਜਿਸ ਨੇ ਆਪਣਾ ਬਿਜ਼ਨਸ ਸਟਾਰਟ ਕੀਤਾ ਹੈ। ਬਿਜ਼ਨਸ ਕਿਸ ਲਈ ਕੀਤਾ ਜਾਂਦਾ ਹੈ? ਪ੍ਰੋਫਿਟ ਅਰਨ ਕਰਨ ਦੇ ਲਈ। ਬਿਜ਼ਨਸਮੈਨ ਸਟਾਰਟਿੰਗ ਦੇ ਵਿੱਚ ਆਪਣੀ ਕੈਪੀਟਲ ਇਨਵੈਸਟ ਕਰਦਾ ਹੈ ਤਾਂ ਜੋ ਫਿਊਚਰ ਦੇ ਵਿੱਚ ਉਸ ਨੂੰ ਪ੍ਰੋਫਿਟ ਅਰਨ ਹੋ ਸਕੇ। ਤਾਂ ਹੁਣ ਇੱਕ ਬਿਜ਼ਨਸ ਹੈ ਤਾਂ ਉਸ ਦੇ ਵਿੱਚ ਡੇ ਟੂ ਡੇ ਕਾਫੀ ਲੈਣ ਦੇਣ ਉਹ ਕਰਦਾ ਹੈ, ਕਾਫੀ ਟ੍ਰਾਂਜੈਕਸ਼ਨ ਕਰਦਾ ਹੈ, ਕੁਛ ਪਰਚੇਜ਼ ਕਰਦਾ ਹੈ, ਕੁਛ ਸੇਲ ਕਰਦਾ ਹੈ, ਲੋਨ ਲੈਂਦਾ ਹੈ, ਪੇਮੈਂਟ ਕਰਦਾ ਹੈ ਜਾਂ ਕੁਛ ਉਸ ਨੂੰ ਇਨਕਮ ਹੁੰਦੀ ਹੈ। ਤਾਂ ਇੰਨਾ ਕੁਛ ਯਾਦ ਰੱਖਣਾ ਇੱਕ ਬਿਜ਼ਨਸਮੈਨ ਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤਾਂ ਉਹ ਯਾਦ ਕਿਸ ਤਰੀਕੇ ਨਾਲ ਰੱਖ ਸਕਦਾ ਹੈ? ਉਹਨਾਂ ਸਾਰੀਆਂ ਟ੍ਰਾਂਜੈਕਸ਼ਨ ਨੂੰ ਕੀ ਕਰੇਗਾ? ਰਿਕਾਰਡ ਕਰੇਗਾ। ਕਿਉਂਕਿ ਇੱਕ ਬਿਜ਼ਨਸਮੈਨ ਦਾ ਮੋਟਿਵ ਕੀ ਹੈ? ਪ੍ਰੋਫਿਟ ਅਰਨ ਕਰਨਾ। ਤਾਂ ਉਸ ਨੂੰ ਕਿੱਦਾਂ ਸਾਲ ਦੇ ਐਂਡ ਦੇ ਵਿੱਚ ਪਤਾ ਲੱਗੇਗਾ ਕਿ ਉਸ ਦਾ ਬਿਜ਼ਨਸ ਕਿੰਨਾ ਗਰੋ ਕਰ ਰਿਹਾ ਹੈ, ਉਸ ਦਾ ਬਿਜ਼ਨਸ ਪ੍ਰੋਫਿਟ ਜਾ ਰਿਹਾ ਜਾਂ ਲੋਸ 'ਚ ਜਾ ਰਿਹਾ ਹੈ? ਜਦੋਂ ਉਸ ਦੇ ਕੋਲ ਰਿਕਾਰਡ ਹੋਏਗਾ ਜੋ ਕਿ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਟ੍ਰਾਂਜੈਕਸ਼ਨ ਹੋਈਆਂ ਨੇ ਉਹਨਾਂ ਸਾਰਿਆਂ ਦਾ। ਫਾਈਨੈਂਸ਼ੀਅਲ ਈਅਰ ਕੀ ਹੁੰਦਾ ਹੈ? 1 April to 31 March। ਫਾਈਨੈਂਸ਼ੀਅਲ ਈਅਰ 1 April ਤੋਂ ਸਟਾਰਟ ਹੁੰਦਾ ਹੈ ਔਰ 31 March ਤੱਕ ਐਂਡ ਹੁੰਦਾ ਹੈ। ਸੋ ਜੋ ਵੀ ਬਿਜ਼ਨਸਮੈਨ ਇੱਕ ਬਿਜ਼ਨਸ ਕਰ ਰਿਹਾ ਹੈ ਤਾਂ 31 March ਮਤਲਬ ਕਿ ਐਂਡਿੰਗ ਦੇ ਵਿੱਚ ਉਹ ਦੇਖਦਾ ਹੈ ਕਿ ਮੈਨੂੰ ਪੂਰੇ ਸਾਲ ਦੇ ਵਿੱਚ ਕਿੰਨਾ ਪ੍ਰੋਫਿਟ ਹੋਇਆ ਜਾਂ ਕਿੰਨਾ ਲੋਸ ਹੋਇਆ। ਉਸ ਦਾ ਪਤਾ ਉਸ ਨੂੰ ਕਿੱਦਾਂ ਲੱਗੇਗਾ? ਜਦੋਂ ਉਸ ਦੇ ਕੋਲ ਸਾਰੇ ਇਨਕਮ ਨੇ ਜਾਂ ਐਕਸਪੈਂਸਿਸ ਨੇ ਜਾਂ ਹੋਰ ਜੋ ਵੀ ਟ੍ਰਾਂਜੈਕਸ਼ਨ ਹੋਈਆਂ ਨੇ ਉਸ ਦੇ ਕੋਲ ਰਿਕਾਰਡ ਹੋਣਗੀਆਂ। ਤਾਂ ਰਿਕਾਰਡਿੰਗ, ਹੁਣ ਅਸੀਂ ਕਿਹਾ ਕਿ ਟ੍ਰਾਂਜੈਕਸ਼ਨ ਰਿਕਾਰਡ ਹੋਣਗੀਆਂ ਤਾਂ ਰਿਕਾਰਡਿੰਗ ਕੀਤੀ ਕਿਸ ਦੇ ਵਿੱਚ ਜਾਂਦੀ ਹੈ? ਅਕਾਊਂਟੈਂਸੀ ਦੇ ਵਿੱਚ। ਲੇਕਿਨ ਇਸ ਦੇ ਵਿੱਚ ਵੀ ਇੱਕ ਪ੍ਰੋਸੈਸ ਹੁੰਦਾ ਹੈ ਕਿ ਅਸੀਂ ਰਿਕਾਰਡਿੰਗ ਕਰਨੀ ਕਿੱਦਾਂ। तो सब तो फर्स्ट पॉइंट है आइडेंटिफिकेशन ऑफ फाइनेंशियल ट्रांजैक्शन। हुण फाइनेंशियल ट्रांजैक्शंस की हुंदियां ने? फाइनेंशियल ट्रांजैक्शंस इसकी आइडेंटिफिकेशन एक बिजनेसमैन किद्दां करदा है? फाइनेंशियल ट्रांजैक्शन वो हुंदियां ने जो ट्रांजैक्शन होने दे नाल बिजनेस की इकनोमिक एक्टिविटी च कुछ चेंज आ रहा है, जां तां बिजनेस का जो कैश है इनक्रीज हो रहा है जां डिक्रीज हो रहा है। तो इकनोमिक एक्टिविटी दे विच जिन्ना ट्रांजैक्शन दे नाल चेंज आंदा है वो हुंदियां ने फाइनेंशियल ट्रांजैक्शन। इस दे लई असीं एग्जाम्पल नाल ही समझांगे। सपोज करो एक बिजनेस दे विच गुड्स परचेज कीतियां गईयां ने। गुड्स परचेज कीतियां, जदों गुड्स परचेज करांगे असी तां उस दे लई असी की पेमेंट किस ते करांगे? कैश। तां हुण इह की होई? इकनोमिक ट्रांजैक्शन है, इकनोमिक एक्टिविटी चेंज होई। तो हुणे असीं गल कीती सी कि फाइनैंशियल ट्रांजैक्शन वो हुंदियां ने जिस दे नाल एक बिजनेस की इकनोमिक एक्टिविटी दे विच कोई ना कोई चेंज आंदा है। सो सब तो पहला उन्हां ट्रांजैक्शन की आइडेंटिफिकेशन की जाती है जो फाइनैंशियल है। उस तो बाद सैकेंड पॉइंट है मेजरिंग दी आइडेंटिफाइड ट्रांजैक्शन। जो ट्रांजैक्शन असी आइडेंटिफाई कर लिया कि ये ट्रांजैक्शन ने साडियां फाइनैंशियल ट्रांजैक्शन है तो उन्होंने फिर की है मोनेटरी टर्म दे विच मेजर किया जाता है।
ਅਸੀਂ ਦੇਖ ਲਿਆ ਕਿ ਅਸੀਂ ਗੁड्स परचेज ਕੀਤੀਆਂ, ਉਸ ਦੇ ਲਈ ਅਸੀਂ ਕੈਸ਼ ਦੀ ਪੇਮੈਂਟ ਕੀਤੀ, ਲੇਕਿਨ ਕਿੰਨੀ ਪੇਮੈਂਟ ਕੀਤੀ। ਹੁਣ ਅਸੀਂ ਮੋਨੈਟਰੀ ਟਰਮ ਦਾ ਮਤਲਬ ਕਿ ਉਸ ਦੀ ਮਨੀ ਵੈਲਿਊ ਕਿੰਨੀ ਹੈ। ਅਸੀਂ ਗੁड्स परचेज ਕੀਤੀਆਂ, ਸਪੋਜ਼ ਕਰੋ ਅਸੀਂ ਗੁड्स परचेज ਕੀਤੀਆਂ 10,000 ਦੀਆਂ, ਤਾਂ ਮਨੀ ਵੈਲਿਊ ਕੀ ਹੈ ਗੁड्स ਦੀ 10,000। ਆਇਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਜੋ ਆਇਡੈਂਟੀਫਾਈਡ ਟ੍ਰਾਂਜੈਕਸ਼ਨ ਨੇ ਉਹਨਾਂ ਨੂੰ ਮੇਜ਼ਰ ਕਰਾਂਗੇ ਕਿਸ ਦੇ ਵਿੱਚ, ਮੋਨੈਟਰੀ ਟਰਮ ਦੇ ਵਿੱਚ, ਮਨੀ ਦੀ ਵੈਲਿਊ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਰਿਕਾਰਡਿੰਗ। ਅਸੀਂ ਆਇਡੈਂਟੀਫਿਕੇਸ਼ਨ ਕੀਤੀ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੀ ਮੇਜ਼ਰਿੰਗ ਕੀਤੀ ਮੋਨੈਟਰੀ ਟਰਮ ਦੇ ਵਿੱਚ, ਦੈਨ ਅਸੀਂ ਇਸ ਨੂੰ ਕੀ ਕਰਾਂਗੇ, ਰਿਕਾਰਡ ਕਰਾਂਗੇ ਟ੍ਰਾਂਜੈਕਸ਼ਨ। ਤਾਂ ਟ੍ਰਾਂਜੈਕਸ਼ਨ ਸਭ ਤੋਂ ਪਹਿਲਾਂ ਰਿਕਾਰਡ ਕੀਤੀਆਂ ਜਾਂਦੀਆਂ ਨੇ ਜਰਨਲ ਦੇ ਵਿੱਚ। ਜਰਨਲ ਪ੍ਰਾਇਮਰੀ ਬੁੱਕ ਹੈ ਅਕਾਊਂਟਿੰਗ ਦੀ। ਸਭ ਤੋਂ ਪਹਿਲਾਂ ਟ੍ਰਾਂਜੈਕਸ਼ਨ ਕਿਸ ਦੇ ਵਿੱਚ ਕੀਤੀਆਂ ਜਾਂਦੀਆਂ ਨੇ, ਜਰਨਲ ਦੇ ਵਿੱਚ। ਇਸ ਦੇ ਵਿੱਚ ਅਸੀਂ ਕਿੱਦਾਂ ਟ੍ਰਾਂਜੈਕਸ਼ਨ ਰਿਕਾਰਡ ਕਰਦੇ ਹਾਂ। ਸਪੋਜ਼ ਕਰੋ ਬਿਜ਼ਨਸ ਨੇ ਕੁਝ ਪਰਚੇਜ਼ ਕੀਤਾ, ਅਸੀਂ ਫਸਟ ਐਂਟਰੀ ਉਹ ਟ੍ਰਾਂਜੈਕਸ਼ਨ ਉਹ ਲਿਖ ਲਈ। ਫਿਰ ਕੁਝ ਸੇਲ ਕੀਤਾ, ਨੰਬਰ 2 ਅਸੀਂ ਉਹ ਐਂਟਰੀ ਪਾਤੀ। ਕੁਛ ਕਿਸੇ ਸਾਈਡ ਤੋਂ ਇਨਕਮ ਆਈ ਹੈ ਜਾਂ ਕੀਤੀ ਉਸਨੇ ਪੇਮੈਂਟ ਕੀਤੀ ਹੈ। ਡੇ ਟੂ ਡੇ ਸਾਰੇ ਟ੍ਰਾਂਜੈਕਸ਼ਨ ਇਸ ਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ ਨੇ ਜਰਨਲ ਦੇ ਵਿੱਚ। ਉਸ ਤੋਂ ਬਾਅਦ 4th ਪੁਆਇੰਟ ਹੈ ਕਲਾਸੀਫਾਈਂਗ। ਕਲਾਸੀਫਾਈਂਗ ਦਾ ਕੀ ਮਤਲਬ ਹੈ। ਹੁਣ ਅਸੀਂ ਗੱਲ ਕੀਤੀ ਸੀ ਕਿ ਇੱਕ ਬਿਜ਼ਨਸਮੈਨ ਜਰਨਲ ਤਿਆਰ ਕਰਦਾ ਤੇ ਉਸ ਦੇ ਵਿੱਚ ਜੋ ਵੀ ਟ੍ਰਾਂਜੈਕਸ਼ਨ ਹੁੰਦੀਆਂ ਨੇ ਉਹ ਸਾਰੀਆਂ ਰਿਕਾਰਡ ਕਰਦਾ ਜਾਂਦਾ। ਹੁਣ ਟ੍ਰਾਂਜੈਕਸ਼ਨ ਰਿਕਾਰਡ ਕਰੇਗਾ ਜਦੋਂ, ਤਾਂ ਇਸ ਦੇ ਵਿੱਚ ਸੇਲ ਦੀਆਂ ਬਹੁਤ ਟ੍ਰਾਂਜੈਕਸ਼ਨ ਹੋਣਗੀਆਂ, ਪਰਚੇਜ਼ ਦੀਆਂ ਵੀ ਹੋਣਗੀਆਂ, ਠੀਕ ਹੈ। ਤਾਂ ਜਿਵੇਂ ਕਿ ਹੁਣ ਸੇਲ ਔਰ ਪਰਚੇਜ਼ ਦੀਆਂ ਮਿਕਸ ਟ੍ਰਾਂਜੈਕਸ਼ਨ ਪਈਆਂ ਹੋਈਆਂ ਨੇ, ਇਹ ਸਾਰੀਆਂ ਸੇਲ ਔਰ ਪਰਚੇਜ਼ ਦੀਆਂ ਟ੍ਰਾਂਜੈਕਸ਼ਨ ਹੈ। ਤਾਂ ਇਹਨਾਂ ਦਾ ਅਲੱਗ ਤੋਂ ਅਕਾਊਂਟ ਪ੍ਰਪੇਅਰ ਕਰਾਂਗੇ, ਇੱਕ ਪਰਚੇਜ਼ ਦਾ ਔਰ ਇੱਕ ਅਲੱਗ ਤੋਂ ਸੇਲ ਦਾ। ਜੋ ਪਰਚੇਜ਼ ਵਾਲੀਆਂ ਟ੍ਰਾਂਜੈਕਸ਼ਨ ਨੇ ਉਹ ਇੱਕ ਅਕਾਊਂਟ ਦੇ ਵਿੱਚ ਨੋਟ ਕੀਤੀਆਂ ਜਾਣਗੀਆਂ, ਔਰ ਜੋ ਸੇਲ ਦੀਆਂ ਟ੍ਰਾਂਜੈਕਸ਼ਨ ਨੇ ਉਹ ਅਲੱਗ ਤੋਂ ਅਕਾਊਂਟ ਦੇ ਵਿੱਚ ਰਿਕਾਰਡ ਕੀਤੀਆਂ ਜਾਣਗੀਆਂ। ਤਾਂ ਇਸ ਤਰ੍ਹਾਂ ਕੀ ਹੋਏਗਾ ਕਿ ਸਾਨੂੰ ਪਰਚੇਜ਼ ਨਾਲ ਰਿਲੇਟਡ ਜੋ ਵੀ ਟ੍ਰਾਂਜੈਕਸ਼ਨ ਨੇ ਸਾਨੂੰ ਇੱਕ ਅਕਾਊਂਟ ਦੇ ਵਿੱਚ ਹੀ ਮਿਲ ਜਾਣਗੀਆਂ, ਔਰ ਸੇਲ ਨਾਲ ਰਿਲੇਟਡ ਜਿਹੜੀਆਂ ਟ੍ਰਾਂਜੈਕਸ਼ਨ ਨੇ ਸਾਨੂੰ ਇੱਕ ਅਕਾਊਂਟ ਦੇ ਵਿੱਚ ਮਿਲ ਜਾਣਗੀਆਂ। ਜਰਨਲ ਦੇ ਵਿੱਚ ਅਸੀਂ ਸਾਰੀਆਂ ਟ੍ਰਾਂਜੈਕਸ਼ਨ ਰਿਕਾਰਡ ਕਰਦੇ ਗਏ ਡੇਟ ਵਾਈਜ਼, ਔਰ ਕਲਾਸੀਫਾਈਂਗ ਦੇ ਵਿੱਚ ਸਾਰੀਆਂ ਜੋ ਟ੍ਰਾਂਜੈਕਸ਼ਨ ਨੇ ਉਸ ਦਾ ਅਲੱਗ ਤੋਂ ਅਕਾਊਂਟ ਅਸੀਂ ਕੀ ਕਰਾਂਗੇ, ਪ੍ਰਪੇਅਰ ਕਰਾਂਗੇ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਸਾਡਾ ਸਮਰਾਈਜ਼ਿੰਗ। ਇਸ ਦਾ ਕੀ ਮਤਲਬ ਹੈ, ਜਦੋਂ ਅਸੀਂ ਅਕਾਊਂਟ ਬਣਾ ਲਏ ਅਲੱਗ-ਅਲੱਗ ਲੈਜ਼ਰ ਦੇ ਵਿੱਚ, ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਇੱਕ ਸਮਰੀ ਬਣਾਵਾਂਗੇ। ਜਦੋਂ ਇਹਨਾਂ ਦੀ ਸਮਰੀ ਤਿਆਰ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ 3 ਤਰ੍ਹਾਂ ਦੇ ਅਕਾਊਂਟ ਇਨਕਲੂਡ ਹੁੰਦੇ ਹੈ। ਨੰਬਰ 1 ਟ੍ਰਾਇਲ ਬੈਲੈਂਸ, ਨੰਬਰ 2 profit and loss account, and number 3 balance sheet। ਹੁਣ ਟ੍ਰਾਇਲ ਬੈਲੈਂਸ ਕੀ ਹੁੰਦਾ ਹੈ। ਟ੍ਰਾਇਲ ਬੈਲੈਂਸ ਦੇ ਵਿੱਚ ਸਮਰੀ ਰਿਕਾਰਡ ਕੀਤੀ ਜਾਂਦੀ ਹੈ। ਜਰਨਲ ਦੇ ਵਿੱਚ ਜੋ ਵੀ ਇਸ ਅਕਾਊਂਟ ਬਣਾਏ ਨੇ ਉਹਨਾਂ ਸਾਰੇ ਅਕਾਊਂਟ ਦੇ ਜੋ ਬੈਲੈਂਸ ਹੈ ਜਾਂ ਟੋਟਲ ਹੈ ਉਹਨਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ਟ੍ਰਾਇਲ ਬੈਲੈਂਸ ਦੇ ਵਿੱਚ। ਟ੍ਰਾਇਲ ਬੈਲੈਂਸ ਕਿਉਂ ਪ੍ਰਪੇਅਰ ਕੀਤਾ ਜਾਂਦਾ ਹੈ, ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਹੁਣ ਤੱਕ ਜੋ ਅਸੀਂ ਟ੍ਰਾਂਜੈਕਸ਼ਨ ਰਿਕਾਰਡ ਕੀਤੀਆਂ ਨੇ ਉਹਨਾਂ ਦੀ ਅਮਾਊਂਟ ਅਸੀਂ ਸਹੀ ਲਿਖੀ ਹੈ। ਅਗਰ ਸਾਡਾ ਡੈਬਿਟ ਔਰ ਕ੍ਰੈਡਿਟ ਸਾਈਡ ਦੋਨੋਂ ਇਕੁਅਲ ਆ ਜਾਂਦੀਆਂ ਨੇ ਟ੍ਰਾਇਲ ਬੈਲੈਂਸ ਦੀਆਂ, ਤਾਂ ਇਸ ਦਾ ਮਤਲਬ ਹੈ ਕਿ ਹੁਣ ਤੱਕ ਸਾਡੀਆਂ ਜੋ ਟ੍ਰਾਂਜੈਕਸ਼ਨ ਨੇ ਉਹ ਬਿਲਕੁਲ ਕਰੈਕਟ ਹੈ। ਪ੍ਰੋਫਿਟ ਐਂਡ ਲੋਸ ਅਕਾਊਂਟ ਕਿਉਂ ਪ੍ਰਪੇਅਰ ਕੀਤਾ ਜਾਂਦਾ ਹੈ। ਪ੍ਰੋਫਿਟ ਐਂਡ ਲੋਸ ਅਕਾਊਂਟ ਸਾਲ ਦੇ ਐਂਡ ਦੇ ਵਿੱਚ ਪ੍ਰਪੇਅਰ ਕੀਤਾ ਜਾਂਦਾ ਹੈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡਾ ਬਿਜ਼ਨਸ ਪ੍ਰੋਫਿਟ ਜਾ ਰਿਹਾ ਜਾਂ ਲੋਸ ਦੇ ਵਿੱਚ ਜਾ ਰਿਹਾ। ਲਾਸਟ ਬੈਲੈਂਸ ਸ਼ੀਟ ਕਿਉਂ ਪ੍ਰਪੇਅਰ ਕੀਤੀ ਜਾਂਦੀ ਹੈ। ਬੈਲੈਂਸ ਸ਼ੀਟ ਪ੍ਰਪੇਅਰ ਕੀਤੀ ਜਾਂਦੀ ਹੈ ਸਾਡੀ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੇਖਣ ਦੇ ਲਈ।
ਤਾਂ ਫਾਈਨੈਂਸ਼ੀਅਲ ਪੋਜੀਸ਼ਨ ਦਾ ਕੀ ਮਤਲਬ ਹੈ? ਫਾਈਨੈਂਸ਼ੀਅਲ ਪੋਜੀਸ਼ਨ ਮਤਲਬ ਕਿ ਸਾਡੀਆਂ ਜੋ ਬਿਜ਼ਨਸ ਦੀਆਂ ਐਸੈਟਸ ਕਿੰਨੀਆਂ ਨੇ, ਬਿਜ਼ਨਸ ਦੀ ਖੁਦ ਦੀ ਸੰਪत्ति ਕਿੰਨੀ ਹੈ ਔਰ ਉਸ ਦੀਆਂ ਕਿੰਨੀਆਂ ਲਾਇਬਿਲਿਟੀਜ਼ ਨੇ, ਉਹਨਾਂ ਦਾ ਆਪਸ ਦੇ ਵਿੱਚ ਕੰਪੇਅਰ ਕਰਕੇ ਦੇਖਿਆ ਜਾਂਦਾ ਹੈ ਕਿ ਬਿਜ਼ਨਸ ਦੀ ਜੋ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਹ ਕਿੱਦਾਂ ਦੀ ਚੱਲ ਰਹੀ ਹੈ। ਇਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਐਨਾਲਾਈਜ਼ ਕਰਨਾ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਬਿਜ਼ਨਸਮੈਨ ਆਪਣੇ ਸਾਰੇ ਜੋ ਐਕਸਪੈਂਸਿਸ ਹੈ ਉਹ ਵੀ ਰਿਕਾਰਡ ਕਰਦਾ ਔਰ ਜੋ ਇੱਕ ਸਾਲ ਦੇ ਵਿੱਚ ਉਸਨੂੰ ਇਨਕਮ ਹੋਈਆਂ ਨੇ ਉਸਨੂੰ ਵੀ ਕੀ ਕੀਤਾ ਜਾਂਦਾ ਹੈ? ਰਿਕਾਰਡ ਕੀਤਾ ਜਾਂਦਾ ਹੈ। ਔਰ ਇਸ ਤੋਂ ਬਾਅਦ ਇੱਕ ਬਿਜ਼ਨਸਮੈਨ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਜੋ ਬਿਜ਼ਨਸ ਹੈ ਉਹ ਪ੍ਰੋਫਿਟ ਦੇ ਵਿੱਚ ਜਾ ਰਿਹਾ ਜਾਂ ਲੋਸ ਦੇ ਵਿੱਚ ਜਾ ਰਿਹਾ ਹੈ। ਜਦੋਂ ਕੀ ਹੈ ਐਕਸਪੈਂਸਿਸ ਨੇ, ਐਕਸਪੈਂਸਿਸ ਦੇ ਵਿੱਚੋਂ ਜਦੋਂ ਅਸੀਂ ਇਨਕਮ ਲੈਸ ਕਰਦੇ ਹਾਂ, ਅਗਰ ਸਾਡੇ ਐਕਸਪੈਂਸਿਸ ਜ਼ਿਆਦਾ ਨੇ ਔਰ ਸਾਡੀ ਇਨਕਮ ਘੱਟ ਹੈ ਤਾਂ ਸਾਨੂੰ ਕੀ ਹੋ ਰਿਹਾ? ਲੋਸ ਹੋ ਰਿਹਾ ਸਾਡੇ ਬਿਜ਼ਨਸ ਨੂੰ। ਅਗਰ ਸਾਡੀ ਇਨਕਮ ਜ਼ਿਆਦਾ ਹੈ ਕਿਸ ਤੋਂ? ਐਕਸਪੈਂਸਿਸ ਤੋਂ, ਤਾਂ ਬਿਜ਼ਨਸ ਕਿਸ 'ਚ ਜਾ ਰਿਹਾ ਹੈ? ਪ੍ਰੋਫਿਟ ਦੇ ਵਿੱਚ ਜਾ ਰਿਹਾ। ਹੁਣ ਸਾਨੂੰ ਕਲੀਅਰ ਹੋ ਗਿਆ ਹੋਏਗਾ ਅਸੀਂ ਕਿੰਨੇ ਪੁਆਇੰਟ ਸਿੱਖੇ ਹੈ ਕਿ ਪ੍ਰੋਸੈਸ ਕੀ ਹੈ ਇਸ ਦਾ। ਹੁਣ ਜੋ ਵੀ ਅਸੀਂ ਪੁਆਇੰਟ ਕੀਤੇ ਹੈ, ਫਸਟ ਪੁਆਇੰਟ ਹੈ ਆਇਡੈਂਟੀਫਿਕੇਸ਼ਨ ਕਰਨਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੀ, ਕਿ ਜੋ ਵੀ ਬਿਜ਼ਨਸ ਦੀਆਂ ਉਹ ਟ੍ਰਾਂਜੈਕਸ਼ਨ ਜੋ ਕਿ ਸਾਡੀ ਬਿਜ਼ਨਸ ਦੀ ਇਕਨੋਮਿਕ ਐਕਟੀਵਿਟੀ ਚੇਂਜ ਕਰ ਰਹੇ ਨੇ ਸਿਲੈਕਟ ਕਰਨਾ। ਉਸ ਤੋਂ ਬਾਅਦ ਉਹਨਾਂ ਟ੍ਰਾਂਜੈਕਸ਼ਨ ਨੂੰ ਮੋਨੈਟਰੀ ਟਰਮ ਦੇ ਵਿੱਚ ਮੇਜ਼ਰ ਕਰਨਾ। ਫਿਰ ਉਸ ਤੋਂ ਬਾਅਦ ਉਸ ਦੀ ਜਰਨਲ ਦੇ ਵਿੱਚ ਰਿਕਾਰਡਿੰਗ ਕਰਨੀ। ਦੈਨ ਉਸ ਨੂੰ ਜੋ ਅਸੀਂ ਟ੍ਰਾਂਜੈਕਸ਼ਨ ਰਿਕਾਰਡ ਕੀਤੀਆਂ ਨੇ ਸਭ ਦੇ ਅਲੱਗ-ਅਲੱਗ ਤੋਂ ਅਕਾਊਂਟ ਪ੍ਰਪੇਅਰ ਕਰਨਾ, ਉਹਨਾਂ ਦੀ ਸਮਰੀ ਤਿਆਰ ਕਰਨੀ ਔਰ ਲਾਸਟ ਦੇ ਵਿੱਚ ਅਸੀਂ ਕੀ ਦੇਖਦੇ ਹਾਂ? ਐਨਾਲਾਈਜ਼ ਕੀਤਾ ਜਾਂਦਾ ਹੈ। ਹੁਣ ਜੋ ਇਹ 6 ਪੁਆਇੰਟ ਅਸੀਂ ਕੀਤੇ ਹੈ, ਅਗਰ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਪ੍ਰੋਸੈਸ ਦਾ ਜਾਂ ਫੀਚਰ ਦਾ ਜਾਂ ਐਟਰੀਬਿਊਟਸ ਆਫ ਅਕਾਊਂਟਿੰਗ, ਤਾਂ ਤਿੰਨੋਂ ਤੁਹਾਡੇ ਕੁਐਸਚਨ ਦਾ ਆਨਸਰ ਇਹੀ ਹੋਏਗਾ ਪ੍ਰੋਸੈਸ, ਫੀਚਰਸ ਔਰ ਐਟਰੀਬਿਊਟ ਆਫ ਅਕਾਊਂਟਿੰਗ। ਤਾਂ ਤਿੰਨਾਂ ਦੇ ਵਿੱਚ ਤੁਸੀਂ ਇਹ 6 ਪੁਆਇੰਟ ਨੋਟ ਕਰ ਸਕਦੇ ਹੋ ਔਰ ਤਿੰਨਾਂ ਦਾ ਆਨਸਰ ਸੇਮ ਹੀ ਹੋਏਗਾ। ਜਦੋਂ ਹੁਣ ਸਾਨੂੰ ਪ੍ਰੋਸੈਸ ਦਾ ਪਤਾ ਲੱਗ ਗਿਆ ਤਾਂ ਅਸੀਂ ਅਕਾਊਂਟਿੰਗ ਦੀ ਡੈਫੀਨੇਸ਼ਨ ਬਹੁਤ ਈਜ਼ਲੀ ਸਮਝ ਸਕਦੇ ਹਾਂ। ਤਾਂ ਕੀ ਹੈ ਅਕਾਊਂਟਿੰਗ ਦੀ ਡੈਫੀਨੇਸ਼ਨ, ਉਹ ਅਸੀਂ ਦੇਖਦੇ ਹਾਂ। ਹਾਂਜੀ, ਅਕਾਊਂਟਿੰਗ ਇਜ਼ ਦੀ ਆਰਟ ਆਫ ਰਿਕਾਰਡਿੰਗ। ਅਸੀਂ ਸਿੱਖਿਆ ਕੀ ਕੀਤਾ ਸੀ? ਅਸੀਂ ਸਭ ਤੋਂ ਪਹਿਲਾਂ ਰਿਕਾਰਡਿੰਗ ਕੀਤੀ ਸੀ। ਰਿਕਾਰਡਿੰਗ ਕਿਸ 'ਚ ਕੀਤੀ ਸੀ? ਜਰਨਲ ਦੇ ਵਿੱਚ। ਦੈਨ ਕਲਾਸੀਫਾਈਂਗ ਅਸੀਂ ਜਰਨਲ ਦੇ ਵਿੱਚ ਜੋ ਟ੍ਰਾਂਜੈਕਸ਼ਨ ਰਿਕਾਰਡ ਕੀਤੀਆਂ ਸੀ ਉਹਨਾਂ ਨੂੰ ਲੈਜ਼ਰ ਦੇ ਵਿੱਚ ਕਲਾਸੀਫਾਈ ਕੀਤਾ, ਅਲੱਗ-ਅਲੱਗ ਤੋਂ ਅਕਾਊਂਟ ਪ੍ਰਪੇਅਰ ਕੀਤੇ। ਐਂਡ ਸਮਰਾਈਜ਼ਿੰਗ ਸਮਰੀ ਅਸੀਂ ਤਿਆਰ ਕੀਤੀ ਜਿਸ ਦੇ ਲਈ ਅਸੀਂ ਟ੍ਰਾਇਲ ਬੈਲੈਂਸ ਬਣਾਇਆ, ਪ੍ਰੋਫਿਟ ਐਂਡ ਲੋਸ ਅਕਾਊਂਟ ਐਂਡ ਬੈਲੈਂਸ ਸ਼ੀਟ ਇਨ ਅ ਸਿਗਨੀਫਿਕੈਂਟ ਮੈਨਰ ਐਂਡ ਇਨ ਟਰਮ ਆਫ ਮਨੀ। ਅਕਾਊਂਟਿੰਗ ਦੇ ਵਿੱਚ ਅਸੀਂ ਕਿਹੜੀਆਂ ਟ੍ਰਾਂਜੈਕਸ਼ਨ ਰਿਕਾਰਡ ਕੀਤੀਆਂ? ਜੋ ਕਿ ਸੀਗੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ। ਔਰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਕਿਸ ਦੀ ਟਰਮ ਦੇ ਵਿੱਚ ਅਸੀਂ ਮੇਜ਼ਰ ਕੀਤਾ? ਮਨੀ ਦੀ ਟਰਮ ਦੇ ਵਿੱਚ। ਐਂਡ ਇਵੈਂਟ ਵਿਚ ਆਰ ਇਨ ਪਾਰਟ ਐਟ ਲੀਸਟ ਆਫ ਫਾਈਨੈਂਸ਼ੀਅਲ ਕਰੈਕਟਰ ਐਂਡ ਇੰਟਰਪ੍ਰੀਟਿੰਗ ਦੀ ਰਿਜ਼ਲਟ ਦੇਅਰ ਆਫ। ਲਾਸਟ ਦੇ ਵਿੱਚ ਅਸੀਂ ਕੀ ਦੇਖਿਆ? ਜਦੋਂ ਅਸੀਂ ਐਨਾਲਾਈਜ਼ ਕੀਤਾ ਤਾਂ ਅਸੀਂ ਦੇਖਿਆ ਰਿਜ਼ਲਟ। ਜੋ ਅਸੀਂ ਸਾਰਾ ਰਿਕਾਰਡ ਕੀਤਾ ਤਾਂ ਸਾਨੂੰ ਲਾਸਟ ਦੇ ਵਿੱਚ ਕੀ ਰਿਜ਼ਲਟ ਮਿਲਦਾ ਹੈ? ਸਾਡਾ ਬਿਜ਼ਨਸ ਪ੍ਰੋਫਿਟ ਜਾ ਰਿਹਾ ਜਾਂ ਲੋਸ ਜਾ ਰਿਹਾ। ਸੋ ਡੈਫੀਨੇਸ਼ਨ ਕੀ ਹੈ? ਅਕਾਊਂਟਿੰਗ ਇਜ਼ ਦੀ ਆਰਟ ਆਫ ਰਿਕਾਰਡਿੰਗ, ਕਲਾਸੀਫਾਈਂਗ ਐਂਡ ਸਮਰਾਈਜ਼ਿੰਗ ਇਨ ਅ ਸਿਗਨੀਫਿਕੈਂਟ ਮੈਨਰ ਐਂਡ ਇਨ ਟਰਮ ਆਫ ਮਨੀ transactions and events which are in part or at least of a financial character and interpreting the result thereof। हाँ जी, इस तो नैक्सट पॉइंट है ऑब्जेक्टिव ऑफ अकाउंटिंग। ये बहुत ईजिली तुसी समझ सकते हो। फस्ट की है टू कीप सिस्टमैटिक रिकॉर्ड ऑफ बिजनेस ट्रांजैक्शन। अकाउंटिंग दे की ऑब्जेक्टिव है ਤਾਂ ਕੀ ਇਹ ਫਸਟ ਕੀ ਹੈ ਕਿ ਅਸੀਂ ਇੱਕ ਸਿਸਟਮੈਟਿਕ ਰਿਕਾਰਡ ਰੱਖ ਸਕਦੇ ਹਾਂ ਸਾਡੀਆਂ ਜੋ ਬਿਜ਼ਨਸ ਟ੍ਰਾਂਜੈਕਸ਼ਨ ਨੇ ਉਹਨਾਂ ਦਾ। ਨੰਬਰ 2 ਟੂ ਕੈਲਕੂਲੇਟ ਪ੍ਰੋਫਿਟ ਔਰ ਲੋਸ ਵਿਦ ਦੀ ਹੈਲਪ ਆਫ ਅਕਾਊਂਟਿੰਗ। ਅਸੀਂ ਈਜ਼ਲੀ ਪ੍ਰੋਫਿਟ ਐਂਡ ਲੋਸ ਕੈਲਕੂਲੇਟ ਕਰ ਸਕਦੇ ਹਾਂ। ਨੰਬਰ 3
ਟੂ ਐਸਰਟੇਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਬਿਜ਼ਨਸ। ਅਸੀਂ ਹੁਣੇ ਦੇਖਿਆ ਸੀ, ਅਸੀਂ ਬੈਲੈਂਸ ਸ਼ੀਟ ਤਿਆਰ ਕੀਤੀ। ਜਦੋਂ ਅਸੀਂ ਦੇਖਿਆ ਕਿ ਬੈਲੈਂਸ ਸ਼ੀਟ ਕਿਉਂ ਤਿਆਰ ਕੀਤੀ ਜਾਂਦੀ ਹੈ, ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੇਖਣ ਦੇ ਲਈ। ਫਾਈਨੈਂਸ਼ੀਅਲ ਪੋਜੀਸ਼ਨ ਕੀ ਹੁੰਦੀ ਹੈ ਕਿ ਇੱਕ ਬਿਜ਼ਨਸ ਦੀਆਂ ਐਸੈਟਸ ਕਿੰਨੀਆਂ ਨੇ। ਨੈਕਸਟ, ਟੂ ਐਸਰਟੇਨ ਦੀ ਪ੍ਰੋਗਰੈਸ ਆਫ ਬਿਜ਼ਨਸ ਫਰੋਮ ਈਅਰ ਟੂ ਈਅਰ। ਹੁਣ ਜਦੋਂ ਅਸੀਂ ਰਿਕਾਰਡਿੰਗ ਕਰਦੇ ਹਾਂ, ਅਸੀਂ ਲਾਸਟ ਵਿੱਚ ਰਿਜ਼ਲਟ ਦੇਖਦੇ ਹਾਂ, ਤਾਂ ਅਸੀਂ ਈਜ਼ਲੀ ਮਤਲਬ ਕਿ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡਾ ਜੋ ਬਿਜ਼ਨਸ ਹੈ ਈਅਰ ਟੂ ਈਅਰ ਉਸ ਦੀ ਪ੍ਰੋਗਰੈਸ ਕਿੰਨੀ ਹੋ ਰਹੀ ਹੈ। ਅਸੀਂ ਪ੍ਰੋਫਿਟ ਜਾ ਰਹੇ ਹਾਂ, ਗਰੋ ਕਰ ਰਿਹਾ ਸਾਡਾ ਬਿਜ਼ਨਸ, ਜਾਂ ਅਸੀਂ ਲੋਸ 'ਚ ਜਾ ਰਹੇ ਹਾਂ। ਨੈਕਸਟ ਕੀ ਹੈ, ਟੂ ਪ੍ਰੀਵੈਂਟ ਦੀ ਐਰਰ ਐਂਡ ਫਰੋਡ। ਇਹਦੇ ਨਾਲ ਕੀ ਹੋਏਗਾ, ਐਰਰ ਔਰ ਫਰੋਡ ਹੈ, ਝਗੜਾ ਹੈ, ਇਹ ਖਤਮ ਹੋ ਜਾਂਦਾ ਹੈ। ਕਿੱਦਾਂ, ਕਿਉਂਕਿ ਜੋ ਵੀ ਟ੍ਰਾਂਜੈਕਸ਼ਨ ਹੋਈਆਂ ਨੇ, ਜੋ ਵੀ ਅਸੀਂ ਇਨਕਮ ਲਈ ਹੈ, ਜਾਂ ਜੋ ਵੀ ਪੇਮੈਂਟ ਹੋਈ ਹੈ ਸਾਡੀ, ਜਾਂ ਕੁਝ ਪੇਮੈਂਟ ਕਰਨੀ ਰਹਿੰਦੀ ਹੈ, ਜਾਂ ਇਨਕਮ ਲੈਣੀ ਰਹਿੰਦੀ ਹੈ, ਅਸੀਂ ਹਰ ਇੱਕ ਟ੍ਰਾਂਜੈਕਸ਼ਨ ਜੋ ਅਕਾਊਂਟੈਂਸੀ ਦੇ ਵਿੱਚ ਰਿਕਾਰਡ ਕਰਦੇ ਹਾਂ। ਇਸ ਲਈ ਸਾਡੇ ਕੋਲ ਰਿਕਾਰਡਿੰਗ ਸਾਡਾ ਪ੍ਰੂਫ ਹੁੰਦਾ ਸਾਡੇ ਕੋਲ, ਤਾਂ ਇਸ ਕਰਕੇ ਜੋ ਫਰੋਡ ਹੈ ਉਸ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ। ਸੋ ਅੱਜ ਦਾ ਸਾਡਾ ਇੰਨਾ ਹੀ ਟੌਪਿਕ ਕਰਾਂਗੇ, ਬਾਕੀ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ। ਇੱਕ ਵਾਰ ਅਸੀਂ ਦੁਬਾਰਾ ਥੋੜਾ ਰਿਵਾਈਜ਼ ਕਰ ਲੈਂਦੇ ਹਾਂ ਕਿ ਅੱਜ ਅਸੀਂ ਕੀ ਕੀਤਾ। ਫਸਟ ਕੀ ਹੈ, ਅਸੀਂ ਦੇਖਿਆ ਕਿ ਅਕਾਊਂਟੈਂਸੀ ਦੇ ਵਿੱਚ ਟ੍ਰਾਂਜੈਕਸ਼ਨ ਕਿੱਦਾਂ ਰਿਕਾਰਡ ਹੁੰਦੀਆਂ ਨੇ, ਆਇਡੈਂਟੀਫਿਕੇਸ਼ਨ ਕਰਨਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੀ, ਮੇਜ਼ਰਿੰਗ ਕਰਨਾ, ਉਸ ਤੋਂ ਬਾਅਦ ਰਿਕਾਰਡਿੰਗ ਕੀਤੀ ਸੀ, ਕਲਾਸੀਫਾਈਂਗ, ਸਮਰਾਈਜ਼ਿੰਗ ਐਂਡ ਐਨਾਲਾਈਜ਼ ਕੀਤਾ ਸੀਗਾ। ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਅਗਰ ਤੁਹਾਡਾ ਕਦੇ ਵੀ ਪ੍ਰੋਸੈਸ ਦਾ ਜਾਂ ਫੀਚਰਸ ਦਾ ਜਾਂ ਐਟਰੀਬਿਊਟਸ ਦੇ ਕੁਐਸਚਨ ਆ ਜਾਂਦਾ ਤਾਂ ਤੁਹਾਡੇ ਤਿੰਨਾਂ ਕੁਐਸਚਨ ਦਾ ਇਹੀ ਆਨਸਰ ਹੋਏਗਾ। ਸੇਮ 6 ਪੁਆਇੰਟ ਤੁਸੀਂ ਉਸ ਦੇ ਵਿੱਚ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਅਸੀਂ ਡੈਫੀਨੇਸ਼ਨ ਦੇਖੀ ਔਰ ਆਬਜੈਕਟਿਵ ਦੇਖੇ। ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ 'ਚ ਜੋ ਵੀ ਮੈਂ ਕਰਵਾਇਆ ਕਲੀਅਰ ਹੋ ਗਿਆ ਹੋਏਗਾ। ਔਰ ਇਸ ਤੋਂ ਇਲਾਵਾ ਜੋ ਬੇਸਿਕ ਟਰਮ ਦੀਆਂ ਵੀਡੀਓ ਮੈਂ ਪਹਿਲਾਂ ਤੋਂ ਅਪਲੋਡ ਕਰ ਚੁੱਕੀ ਹਾਂ, ਜਿਨ੍ਹਾਂ ਸਟੂਡੈਂਟਸ ਨੇ ਨਹੀਂ ਦੇਖੀਆਂ ਉਹ ਦੇਖ ਲੈਣ। ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੇਵਾਂਗੀ। ਸੋ ਜਿਨ੍ਹਾਂ ਸਟੂਡੈਂਟਸ ਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸੋ ਮਿਲਦੇ ਹਾਂ ਅਸੀਂ ਨੈਕਸਟ ਵੀਡੀਓ ਦੇ ਵਿੱਚ।